ਉਗਰਾਹਾਂ ਸਾਹਿਬ ਦੇ ਇੱਕ ਸੱਦੇ ਦੇ ਉੱਤੇ ਕਿਸਾਨਾਂ ਦਾ ਵੱਡੀ ਗਿਣਤੀ ਵਿੱਚ ਪਹੁੰਚ ਜਾਣਾ ਆਪਣੇ ਆਪ ਦੇ ਵਿੱਚ ਇੱਕ ਵੱਡੀ ਗੱਲ। ਪੰਜਾਬ ਦੇ ਵਿੱਚ ਕਿਸਾਨਾਂ ਦੇ ਆਧਾਰਿਤ ਸਭ ਤੋਂ ਵੱਡੀ ਜਥੇਬੰਦੀ ਹੈ ਜਿਨ੍ਹਾਂ ਦਾ ਦਿਹਾਤੀ ਖੇਤਰਾਂ ਦੇ ਵਿੱਚ ਬਹੁਤ ਵੱਡਾ ਅਸਰ ਹੈ। ਮੌਜੂਦਾ ਮੁੱਖ ਮੰਤਰੀ ਆਪਦੇ ਭਾਸ਼ਣਾਂ ਦੇ ਵਿੱਚ ਕਹਿੰਦੇ ਆ ਕਿ ਅਸੀਂ 111 ਦਿਨਾਂ 'ਚ ਇੰਨੇ ਕੰਮ ਕਰਤੇ, ਹੋ ਸਕਦਾ ਸਾਰੇ ਨਾ ਹੋਣ। ਜੇ 12,000 ਤੋਂ ਮੁਆਵਜ਼ਾ ਕੀਤਾ 17,000 ਉਹ ਕੀਤਾ ਤਾਂ ਹੈਗਾ। ਬਿਜਲੀ ਦੇ ਬਿੱਲ ਵੀ ਘਟੇ। ਬਾਦਲ ਸਾਹਿਬ ਨੇ ਕਿਸੇ ਵੇਲੇ ਫੋਕਲ ਪੁਆਇੰਟ ਬਣਾਏ ਸੀ 1977 ਦੇ ਵਿੱਚ। ਉਸ ਵੇਲੇ ਬਾਦਲ ਸਰਕਾਰ ਕਹਿੰਦੀ ਸੀ ਕਿ ਅਸੀਂ ਸ਼ਹਿਰਾਂ ਵਰਗੀਆਂ ਸਹੂਲਤਾਂ ਪਿੰਡਾਂ 'ਚ ਲਿਆਉਣੀਆਂ ਨੇ ਤਾਂ ਕਿ ਪਿੰਡਾਂ ਤੋਂ ਲੋਕ ਸ਼ਹਿਰਾਂ ਵੱਲ ਨੂੰ ਹੁਜਰਤ ਨਾ ਕਰਨ। ਮੁਲਾਜ਼ਮ ਜਥੇਬੰਦੀਆਂ ਨੇ ਮੰਗਾਂ ਦੇ ਚਾਰਟ ਲੈ ਕੇ ਆਉਣਗੇ, ਕਦੇ ਫਰਜ਼ਾਂ ਦਾ ਚਾਰਟ ਅੱਜ ਤੱਕ ਨਹੀਂ ਲੈ ਕੇ ਆਇਆ ਕੋਈ। ਸਤਿ ਸ਼੍ਰੀ ਅਕਾਲ, ਮੈਂ ਰੀਨਾ ਧੀਮਾਨ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਤੇ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਇੱਕ ਮੇਰੀ ਵੀ ਸੁਣੋ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਵੱਖ-ਵੱਖ ਵਿਸ਼ੇ ਨੂੰ ਲੈ ਕੇ ਚਰਚਾ ਕਰਾਂਗੇ ਕਿ ਜੋਗਿੰਦਰ ਸਿੰਘ ਉਗਰਾਹਾਂ ਦੇ ਵੱਲੋਂ ਬਰਨਾਲਾ ਦੇ ਵਿੱਚ ਰੈਲੀ ਕੀਤੀ ਗਈ ਹੈ। ਇਸ ਰੈਲੀ ਦੇ ਦੌਰਾਨ ਉਹਨਾਂ ਦੇ ਵੱਲੋਂ ਕੀ ਕੁਝ ਗੱਲਾਂ ਕਹੀਆਂ ਗਈਆਂ, ਇਸ ਤੇ ਚਰਚਾ ਕਰਾਂਗੇ ਤੇ ਨਾਲ ਹੀ ਗੱਲਬਾਤ ਕਰਾਂਗੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਲੈ ਕੇ। ਉਹਨਾਂ ਦਾ ਕਹਿਣਾ ਕਿ ਸਿਧਾਂਤਾਂ ਖਾਤਰ ਭਾਜਪਾ ਨੂੰ ਛੱਡਿਆ ਸੀ। ਇਸ ਤੇ ਚਰਚਾ ਕਰਾਂਗੇ ਤੇ ਨਾਲ ਹੀ ਗੱਲਬਾਤ ਕਰਾਂਗੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ, ਜਿਨ੍ਹਾਂ ਦਾ ਬਿਆਨ ਸਾਹਮਣੇ ਆਇਆ ਕਿ ਕੈਪਟਨ ਨੇ ਕਾਂਗਰਸ ਦੇ ਪੰਜਾਬ ਦੇ ਲੋਕਾਂ ਦੇ ਨਾਲ ਧੋਖਾ ਕੀਤਾ। ਇਸ ਤੋਂ ਇਲਾਵਾ ਹੋਰ ਵੀ ਕਈ ਅਹਿਮ ਮੁੱਦੇ ਨੇ ਜਿਨ੍ਹਾਂ ਤੇ ਚਰਚਾ ਕਰਾਂਗੇ। ਇਹਨਾਂ ਸਾਰੇ ਮੁੱਦਿਆਂ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ। ਸਭ ਤੋਂ ਪਹਿਲਾਂ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ। ਢਿੱਲੋਂ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਬਹੁਤ ਸ਼ੁਕਰੀਆ, ਮਿਹਰਬਾਨੀ ਰੀਨਾ ਜੀ। ਢਿੱਲੋਂ ਜੀ, ਸਭ ਤੋਂ ਪਹਿਲਾਂ ਅਸੀਂ ਚਰਚਾ ਕਰਾਂਗੇ ਕਿ ਜੋਗਿੰਦਰ ਸਿੰਘ ਉਗਰਾਹਾਂ ਦੇ ਵੱਲੋਂ ਜਿਹੜੀ ਬਰਨਾਲਾ ਦੇ ਵਿੱਚ ਰੈਲੀ ਕੀਤੀ ਗਈ ਹੈ, ਇਸ ਰੈਲੀ ਦੇ ਦੌਰਾਨ ਉਹਨਾਂ ਦੇ ਵੱਲੋਂ ਕੀ ਕੁਝ ਗੱਲਾਂ ਜਿਹੜੀਆਂ ਕਿ ਸਾਹਮਣੇ ਰੱਖੀਆਂ ਗਈਆਂ ਨੇ। ਸਰਦਾਰ ਜੋਗਿੰਦਰ ਸਿੰਘ ਉਗਰਾਹਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਮੁਖੀ ਨੇ। ਪੰਜਾਬ ਦੇ ਵਿੱਚ ਕਿਸਾਨਾਂ ਦੇ ਆਧਾਰਿਤ ਸਭ ਤੋਂ ਵੱਡੀ ਜਥੇਬੰਦੀ ਹੈ ਜਿਨ੍ਹਾਂ ਦਾ ਦਿਹਾਤੀ ਖੇਤਰਾਂ ਦੇ ਵਿੱਚ ਬਹੁਤ ਵੱਡਾ ਅਸਰ ਹੈ। ਅੱਜ ਵੀ ਉਹਨਾਂ ਦਾ ਵੱਡਾ ਇਕੱਠ ਸੀ ਬਰਨਾਲੇ ਦੇ ਵਿੱਚ। ਉਗਰਾਹਾਂ ਸਾਹਿਬ ਦੇ ਇੱਕ ਸੱਦੇ ਦੇ ਉੱਤੇ ਕਿਸਾਨਾਂ ਦਾ ਵੱਡੀ ਗਿਣਤੀ ਵਿੱਚ ਪਹੁੰਚ ਜਾਣਾ ਆਪਣੇ ਆਪ ਦੇ ਵਿੱਚ ਇੱਕ ਵੱਡੀ ਗੱਲ ਹੈ ਜੀ। ਉਗਰਾਹਾਂ ਸਾਹਿਬ ਜਦੋਂ ਦਿੱਲੀ ਦੇ ਬਾਰਡਰਾਂ ਤੇ ਗਏ, ਜਿਹੜੀਆਂ ਬਾਕੀ ਜਥੇਬੰਦੀਆਂ ਸੀ ਉਹਨਾਂ ਦੇ ਆਗੂ ਤਾਂ ਸ਼ੰਭੂ ਦੇ ਰਸਤਿਓਂ ਅੰਬਾਲਾ ਹੁੰਦੇ ਹੋਏ ਸਿੰਘੂ ਬਾਰਡਰ ਤੇ ਪਹੁੰਚੇ ਸਨ, ਪਰ ਉਗਰਾਹਾਂ ਸਾਹਿਬ ਦਾ ਜਥਾ ਖਨੌਰੀ ਵੱਲ ਦੀ ਟਿੱਕਰੀ ਬਾਰਡਰ ਤੇ ਜਾ ਕੇ ਬੈਠਾ ਸੀ। ਅੱਜ ਉਹਨਾਂ ਨੇ ਵੱਡਾ ਸ਼ਕਤੀ ਪ੍ਰਦਰਸ਼ਨ ਕੀਤਾ ਜੀ। ਮੈਂ ਕਿਸੇ ਪਾਰਟੀ ਦੀ ਹਾਂ 'ਚ ਜਾਂ ਕਿਸੇ ਪਾਰਟੀ ਦੇ ਵਿਰੋਧ 'ਚ ਗੱਲ ਨਹੀਂ ਕਰਦਾ, ਪਰ ਬਹੁਤ ਸਾਰੀਆਂ ਇਹਨਾਂ ਦੇ ਕਾਰਕੁਨਾਂ ਵੱਲੋਂ ਇਹ ਕਿਹਾ ਕਿ ਕੱਖ ਨਹੀਂ ਕੀਤਾ ਜੀ, ਫਲਾਣੇ ਨੇ ਨਹੀਂ ਕੀਤਾ, ਉਹਨੇ ਨਹੀਂ ਕੀਤਾ, ਉਹਨੇ ਨਹੀਂ ਕੀਤਾ। ਮੈਂ ਕਹਿੰਦਾ ਕਿ 5 ਵਾਰ ਇੱਥੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਰਹੇ, ਸਾਹਿਬ ਬੇਅੰਤ ਸਿੰਘ ਰਹੇ, 2 ਵਾਰ ਕੈਪਟਨ ਅਮਰਿੰਦਰ ਸਿੰਘ ਰਹੇ, ਹੁਣ ਚਰਨਜੀਤ ਸਿੰਘ ਚੰਨੀ ਨੇ। ਅਕਾਲੀ ਦਲ ਵੱਲੋਂ ਬਰਨਾਲਾ ਸਾਹਿਬ ਰਹੇ, ਗੁਰਨਾਮ ਸਿੰਘ, ਜਸਟਿਸ ਗੁਰਨਾਮ ਸਿੰਘ ਵੀ ਰਹੇ, ਗੁਰਮੁਖ ਸਿੰਘ ਹੋਰੀ ਵੀ ਰਹੇ, ਇੱਕ ਪ੍ਰਤਾਪ ਸਿੰਘ ਕੈਰੋਂ ਵੀ ਕਾਫੀ ਸਮਾਂ ਅਣਵੰਡੇ ਪੰਜਾਬ ਦੇ ਮੁੱਖ ਮੰਤਰੀ ਸਨ। ਇਹ ਤਾਂ ਨਹੀਂ ਹੈ ਵੀ ਕਿਸੇ ਨੇ ਕੁਝ ਕੀਤਾ ਨਹੀਂ, ਕੁਝ ਨਾ ਕੁਝ ਤਾਂ ਕੀਤਾ ਹੁੰਦਾ ਨਾ। ਜਿਹੜਾ ਕੁਝ ਕੀਤਾ ਹੋਵੇ ਭਾਵੇਂ ਕਿਸੇ ਨੇ ਕੀਤਾ ਜੀ। ਮੌਜੂਦਾ ਮੁੱਖ ਮੰਤਰੀ ਆਪਦੇ ਭਾਸ਼ਣਾਂ ਦੇ ਵਿੱਚ ਕਹਿੰਦੇ ਆ ਕਿ ਅਸੀਂ 111 ਦਿਨਾਂ 'ਚ ਇੰਨੇ ਕੰਮ ਕਰਤੇ, ਹੋ ਸਕਦਾ ਸਾਰੇ ਨਾ ਹੋਣ, ਕੁਛ ਨਾ ਕੁਛ ਤਾਂ ਹੋਏ ਹੋਣਗੇ। ਜੇ 12,000 ਤੋਂ ਮੁਆਵਜ਼ਾ ਕੀਤਾ 17,000 ਉਹ ਕੀਤਾ ਤਾਂ ਹੈਗਾ। ਬਿਜਲੀ ਦੇ ਬਿੱਲ ਵੀ ਘਟੇ ਨੇ ਜੀ। ਬਾਦਲ ਸਾਹਿਬ ਨੇ ਕਿਸੇ ਵੇਲੇ ਫੋਕਲ ਪੁਆਇੰਟ ਬਣਾਏ ਸੀ 1977 ਦੇ ਵਿੱਚ ਜੀ। ਉਹ ਵੀ ਇੱਕ ਚੰਗਾ ਕਦਮ ਸੀ, ਕਿਉਂਕਿ ਉਸ ਵੇਲੇ ਬਾਦਲ ਸਰਕਾਰ ਕਹਿੰਦੀ ਸੀ ਕਿ ਅਸੀਂ ਸ਼ਹਿਰਾਂ ਵਰਗੀਆਂ ਸਹੂਲਤਾਂ ਪਿੰਡਾਂ 'ਚ ਲਿਆਉਣੀਆਂ ਨੇ ਤਾਂ ਕਿ ਪਿੰਡਾਂ ਤੋਂ
ਲੋਕ ਸ਼ਹਿਰਾਂ ਵੱਲ ਨੂੰ ਹੁਜਰਤ ਨਾ ਕਰਨ। ਕੁਝ ਗੱਲਾਂ ਤਾਂ ਹੋਈਆਂ ਹੋਣਗੀਆਂ, ਜੀ। ਸਰਕਾਰਾਂ ਐਵੇਂ ਤਾਂ ਨਹੀਂ ਦਾਅਵੇ ਕਰਦੇ, ਭਾਵੇਂ ਟੋਲ ਟੈਕਸ ਵੱਡੇ ਪੱਧਰ ਦੇ ਉੱਤੇ ਲੱਗੇ, ਪਰ ਪੰਜਾਬ ਦੀ ਧਰਤੀ ਦੇ ਉੱਤੇ ਕੁਝ ਸੜਕਾਂ ਤਾਂ ਬਣੀਆਂ ਹੀ ਸੀ। ਬਿਲਕੁਲ ਜੀ। ਪੁਲ ਵੀ ਬਣੇ, ਏਅਰਪੋਰਟ ਵੀ ਆਏ। ਇਹਦਾ ਦਾਅਵਾ ਸਰਦਾਰ ਸੁਖਬੀਰ ਸਿੰਘ ਬਾਦਲ ਕਰਦੇ ਨੇ ਕਿ ਅਸੀਂ ਕੀਤਾ। ਮੈਂ ਸਮਝਦਾ ਕਿ ਜੇ ਕਿਸੇ ਨੇ ਕੁਝ ਕੀਤਾ ਹੋਵੇ ਉਹਦੇ ਬਾਰੇ ਹਾਂ ਵਾਚਕ ਸਾਨੂੰ ਕਹਿ ਦੇਣਾ ਚਾਹੀਦਾ ਹੈ। ਬਿਲਕੁਲ ਜੀ। ਅਸੀਂ ਸਾਰਾ ਕੁਝ ਇੱਕੋ ਰੱਸੇ ਬੰਨ੍ਹ ਦਿੰਦੇ ਹਾਂ ਕਿ ਇਹਨੇ ਕੱਖ ਨਹੀਂ ਕੀਤਾ। 22 ਦੇ ਵਿੱਚ ਕਿਹਨੇ ਆਉਣਾ 10 ਮਾਰਚ ਨੂੰ? ਲੋਕ ਬੜੇ ਤਾਵਲੇ ਨੇ, ਆਪੋ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ। ਸਾਨੂੰ ਚਾਅ ਬਹੁਤ ਚੜਿਆ ਹੁੰਦਾ ਕਿ ਅਸੀਂ ਐਕਟੀ ਬਦਲ ਦੇਣਾ, ਪਰ 6 ਮਹੀਨਿਆਂ ਤੋਂ ਬਾਅਦ ਸਾਡਾ ਚਾਅ ਵੀ ਲੱਥ ਜਾਂਦਾ। ਭਾਵੇਂ ਕੋਈ ਹੋਵੇ, ਅਕਾਲੀ ਆਵੇ, ਕਾਂਗਰਸ ਆਵੇ, ਆਪ ਆਵੇ, ਬੀਜੇਪੀ ਆਵੇ ਜਾਂ ਕੋਈ ਹੋਰ ਆਵੇ ਜੀ, ਕਿਉਂਕਿ ਇਹਨਾਂ ਰਾਜਸੀ ਆਗੂਆਂ ਨੇ ਸਾਡੀਆਂ ਲਾਲਸਾਵਾਂ ਹੀ ਇਸ ਪੱਧਰ ਤੱਕ ਦੀਆਂ ਪੈਦਾ ਕਰਤੀਆਂ ਨੇ। ਬਿਲਕੁਲ ਜੀ। ਕਿ ਆ ਵੀ ਹੋਵੇ, ਸਰਕਾਰ ਆ ਵੀ ਕਰੇ, ਆ ਵੀ ਕਰੇ, ਆ ਵੀ ਕਰੇ। ਜਿਹੜਾ ਕੁਝ ਅਸੀਂ ਕਰਨਾ ਉਹਦੀ ਕੋਈ ਗੱਲ ਨਹੀਂ ਕਰਦਾ। ਮੁਲਾਜ਼ਮ ਜਥੇਬੰਦੀਆਂ ਨੇ ਮੰਗਾਂ ਦੇ ਚਾਰਟ ਲੈ ਕੇ ਆਉਣਗੇ, ਕਦੇ ਫਰਜ਼ਾਂ ਦਾ ਚਾਰਟ ਅੱਜ ਤੱਕ ਨਹੀਂ ਲੈ ਕੇ ਆਇਆ ਕੋਈ। ਬਿਲਕੁਲ। ਰਾਜਸੀ ਲੋਕ ਨੇ ਕਦੇ ਫਰਜ਼ਾਂ ਦਾ ਚਾਰਟ ਇਹ ਵੀ ਨਹੀਂ ਲੈ ਕੇ ਆਏ। ਸੋ ਅੱਜ ਗੁਰਾਹ ਸਾਹਿਬ ਨੇ ਜਿਹੜਾ ਉੱਥੇ ਕੀਤਾ, ਉਹਨਾਂ ਤੋਂ ਸਵਾਲ ਪੁੱਛਿਆ ਗਿਆ ਪੱਤਰਕਾਰਾਂ ਨੇ ਕਿ ਰਾਜੇਵਾਲ ਸਾਹਿਬ ਹੁਣ ਚੋਣ ਲੜ ਰਹੇ ਨੇ, ਤੁਸੀਂ ਕੀ ਕਹਿਣਾ? ਉਹ ਕਹਿੰਦੇ ਮੁਬਾਰਕ ਦੇ ਦਿਆਂਗੇ, ਬਣ ਜਾਣ ਮੁੱਖ ਮੰਤਰੀ, ਦੇਖ ਲਾਂਗੇ ਕੀ ਕਰਦੇ ਨੇ। ਉਹਨਾਂ ਦੇ ਕਹਿਣ ਦਾ ਅੰਦਾਜ਼ ਇੱਕ ਵੱਖਰੇ ਕਿਸਮ ਦਾ ਸੀ ਜੀ। ਇਹ ਪੁੱਛਿਆ ਗਿਆ ਕਿ ਤੁਸੀਂ ਅੱਜ ਜਿਹੜੀ ਰੈਲੀ ਕੀਤੀ ਹੈ ਕਿਹਦੇ ਕਿਹਦੇ ਖਿਲਾਫ ਆ? ਰਾਜ ਸਰਕਾਰ ਦੇ, ਕੇਂਦਰ ਦੇ। ਉਹ ਕਹਿੰਦੇ ਦੋਨਾਂ ਨਾਲ ਸੰਬੰਧਿਤ ਮੰਗਾਂ ਨੇ। ਜਿਹੜਾ ਮੰਗਾਂ ਦਾ ਚਾਰਟ ਉਹਨਾਂ ਨੇ ਮੰਚ ਤੇ ਲਾਇਆ ਹੋਇਆ ਸੀ, ਉਹਦੇ ਵਿੱਚੋਂ ਕੁਝ ਰਾਜ ਪੱਧਰੀ ਨੇ ਤੇ ਕੁਝ ਕੌਮੀ ਪੱਧਰ ਦੀਆਂ ਨੇ। ਲੇਕਿਨ ਚੋਣਾਂ ਤੋਂ ਪਹਿਲਾਂ ਇੱਕ ਵੱਡਾ ਇਕੱਠ ਬਰਨਾਲੇ ਦੀ ਧਰਤੀ ਦੇ ਵਿੱਚ ਕਰਨਾ, ਉਗਰਾਹ ਸਾਹਿਬ ਨੇ ਇਹਨਾਂ ਰਾਜਸੀ ਆਗੂਆਂ ਨੂੰ ਦੱਸਤਾ ਕਿ ਲੋਕ ਸ਼ਕਤੀ ਵੱਡੀ ਗਿਣਤੀ ਵਿੱਚ ਸਾਡੇ ਨਾਲ ਆ। ਮੈਂ ਇਸ ਗੱਲ ਨੂੰ ਬਹੁਤ ਨਿਮਰਤਾ ਦੇ ਨਾਲ ਮੰਨਦਾ ਕਿ ਉਗਰਾਹ ਸਾਹਿਬ ਦੀ ਵੱਡੀ ਜਥੇਬੰਦੀ ਹੈ। ਉਗਰਾਹ ਸਾਹਿਬ ਦੇ ਉੱਤੇ ਕਦੇ ਕੋਈ ਕਿਸੇ ਕਿਸਮ ਦਾ ਕੋਈ ਸਵਾਲ, ਕੋਈ ਇਲਜ਼ਾਮ ਮੈਂ ਅਜੇ ਤੱਕ ਸੁਣਿਆ ਨਹੀਂ। ਕਦੇ ਕਦੇ ਮਿਲ ਲਈਦਾ ਉਹਨਾਂ ਨੂੰ, ਜਿੱਥੇ ਰੈਲੀਆਂ 'ਚ ਆਉਂਦੇ ਸੀ ਮਿਲ ਜਾਂਦੇ ਸੀ, ਲੇਕਿਨ ਉਹ ਸਪਸ਼ਟਵਾਦੀ ਬਹੁਤ ਨੇ ਜੀ। ਉਹਨਾਂ ਨੇ ਇਸੇ ਐਵੇਂ ਨਹੀਂ ਕੋਈ ਜੁੜ, ਦੋ ਬੰਦੇ ਨਹੀਂ ਨਾਲ ਲੱਗਦੇ। ਉਗਰਾਹ ਸਾਹਿਬ ਦੀ ਇੱਕੋ ਇੱਕ ਜਥੇਬੰਦੀ ਹੈ ਜਿਹਦੇ ਵਿੱਚ ਵੱਡੀ ਗਿਣਤੀ ਵਿੱਚ ਬੀਬੀਆਂ ਵੀ ਸ਼ਾਮਲ ਨੇ। ਬਿਲਕੁਲ ਜੀ। ਤੇ ਉਹਨਾਂ ਦੀ ਖਜ਼ਾਨਚੀ ਵੀ ਹਰਜਿੰਦਰ ਬਿੰਦੂ, ਉਹ ਵੀ ਇੱਕ ਔਰਤ ਹੈ। ਸਾਰਾ ਪੈਸੇ ਟੱਕੇ ਦਾ ਹਿਸਾਬ ਕਿਤਾਬ ਉਸ ਔਰਤ ਨੇ ਆਪਣੀ ਜਿੰਦ ਨਾਲੋਂ ਵੱਧ ਸਾਂਭ ਕੇ ਰੱਖਿਆ ਜੀ। ਕੱਲੇ ਕੱਲੇ ਖਰਚੇ ਦਾ ਹਿਸਾਬ ਕਿਤਾਬ ਹੈ। ਮੈਂ ਇਸ ਗੱਲ ਦੀ ਉਗਰਾਹ ਸਾਹਿਬ ਨੂੰ ਵਧਾਈ ਦਿੰਦਾ ਕਿ ਐਡੀ ਵੱਡੀ ਜਥੇਬੰਦੀ ਚਲਾ ਰਹੇ ਨੇ, ਉਹਨਾਂ ਤੇ ਕਿਸੇ ਕਿਸਮ ਦਾ ਕੋਈ ਇਲਜ਼ਾਮ ਨਹੀਂ। ਔਰ ਉਹਨਾਂ ਨੇ ਜਿਹੜਾ ਨਾਅਰਾ ਦਿੱਤਾ ਹੈ, ਉਹ ਨਾਅਰਾ ਵੀ ਅਜੀਬ ਹੈ। ਉਹ ਨਾਅਰੇ ਦੇ ਵਿੱਚ ਕਾਫੀ ਕੁਝ ਕਲੀਅਰ ਕੀਤਾ ਹੋਇਆ ਕਿ ਕਿਵੇਂ ਅਸੀਂ ਇੱਕ ਦੂਜੇ ਦੇ ਅੱਗੇ ਵੱਧ ਕੇ ਜਾਣਾ ਹੈ। ਮੇਰਾ ਖਿਆਲ ਜਿਵੇਂ ਉਗਰਾਹ ਸਾਹਿਬ ਕਹਿੰਦੇ ਆ ਕਿ ਜੇ ਮੰਗਾਂ ਮਨਾਉਣੀਆਂ ਸੀ ਤਾਂ ਸਾਨੂੰ ਮਿਲ ਕੇ ਚੱਲਣਾ ਚਾਹੀਦਾ ਸੀ। ਜਿਹੜੇ ਸਾਥੀ ਪਤਾ ਨਹੀਂ ਕਿਸ ਕਾਰਨ ਕਰਕੇ ਉਹ ਰਾਜਨੀਤੀ ਵੱਲ ਤੁਰ ਪਏ ਜੀ, ਹੋ ਸਕਦਾ ਉਹ ਕੋਈ ਚੰਗੀ ਗੱਲ ਕਰਦੇ ਹੋਣ, ਕੱਲ੍ਹ ਨੂੰ ਇਸ ਪਾਸੇ ਵੱਲ ਹੋਰ ਅੱਗੇ ਨੂੰ ਤੁਰ ਪੈਣ। ਬਿਲਕੁਲ ਜੀ। ਤਾਂ ਪਤਾ ਲੱਗੇਗਾ। ਪਰ ਉਗਰਾਹ ਸਾਹਿਬ ਨੇ ਅੱਜ ਦੀ ਬਰਨਾਲਾ ਦੇ ਵਿੱਚ ਰੈਲੀ ਕਰਕੇ, ਔਰ ਉਗਰਾਹ ਸਾਹਿਬ ਹਮੇਸ਼ਾ ਕਹਿੰਦੇ ਆ ਜੀ ਕਿ ਜਦੋਂ ਵਾਪਸ ਜਾਣਾ ਰਸਤੇ ਦੇ ਵਿੱਚ ਕਿਸੇ ਨਸ਼ੇ ਦੀ ਦੁਕਾਨ ਤੇ ਨਹੀਂ ਖੜਨਾ। ਔਰ ਅਜੇ ਤੱਕ ਇਲਜ਼ਾਮ ਲੱਗਿਆ ਵੀ ਨਹੀਂ ਆਮ ਸਿਆਸੀ ਪਾਰਟੀਆਂ ਨਾ ਧਾਰਮਿਕ ਸਥਾਨਾਂ ਦੀਆਂ ਗੱਡੀਆਂ ਛੱਡਣ, ਨਾ ਸਕੂਲਾਂ ਦੀਆਂ ਗੱਡੀਆਂ ਛੱਡਣ ਜੀ। ਤੇ ਫਿਰ ਉਹਨਾਂ ਦੇ ਵਿੱਚੋਂ ਸਾਨੂੰ ਪਤਾ ਜਿਹੜਾ ਸ਼ਾਮ ਦਾ ਸ਼ਕਤੀ ਵਾਟਰ ਹੈ ਉਹ ਕਿਵੇਂ ਮਿਲਦਾ ਹੈ। ਸੋ ਉਗਰਾਹਾਂ ਸਾਹਿਬ ਦੀ ਰੈਲੀ ਅੱਜ ਕਾਫੀ ਵੱਡੀ ਹੋ ਨਿਬੜੀ ਹੈ। ਉਹ ਕਹਿੰਦੇ ਕੇਂਦਰ ਤੇ ਰਾਜ ਸਰਕਾਰ ਦੋਹਾਂ ਨਾਲ ਹੀ ਸਾਡਾ ਮੰਗਾਂ ਨੇ ਜੀ।
ਢਿੱਲੋਂ ਜੀ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆੜੇ ਹੱਥੀ ਲਿਆ। ਉਹਨਾਂ ਨੇ ਸਿੱਧੇ ਤੌਰ ਤੇ ਇਲਜ਼ਾਮ ਲਗਾਏ ਨੇ ਕਿ ਜਿਹੜੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਹਨੇ ਕਾਂਗਰਸ ਅਤੇ ਪੰਜਾਬ ਦੇ ਲੋਕਾਂ ਦੇ ਨਾਲ ਧੋਖਾ ਕੀਤਾ। ਦੇਖੋ, ਕਈ ਦਿਨਾਂ ਤੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇੱਕ ਸ਼ਬਦ ਵਰਤਦੇ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪ੍ਰਤੀ। ਸਾਰੀਆਂ ਹੀ ਰਾਜਸੀ ਪਾਰਟੀਆਂ ਦੇ ਇਸ ਵੇਲੇ ਗੀਤ ਜੀ ਵੱਡੀ ਪੱਧਰ ਦੇ ਉੱਤੇ ਚੱਲ ਰਹੇ ਨੇ, ਭਾਵੇਂ ਉਹ ਅਕਾਲੀ ਦਲ ਹੋਵੇ, ਉਹ ਕਹਿੰਦੇ ਵੀਰ ਸੁਖਵੀਰ, ਆਮ ਆਦਮੀ ਪਾਰਟੀ ਹੋਵੇ, ਦੇਖਣਾ ਹੈ ਅਸੀਂ ਐਕਤੀ ਮੁੱਖ ਮੰਤਰੀ ਭਗਵੰਤ ਮਾਨ ਨੂੰ। ਕਾਂਗਰਸ ਦੇ ਵਿੱਚ ਵੀ ਕਈ ਗੀਤ ਚੱਲ ਰਹੇ ਨੇ। ਇੱਕ ਸਭ ਤੋਂ ਜਿਹੜਾ ਮਸ਼ਹੂਰ ਗੀਤ ਹੋਇਆ, ਉਹ ਕਹਿੰਦੇ ਘਰ ਘਰ ਦੇ ਵਿੱਚ ਚੱਲੀ ਗੱਲ, ਚੰਨੀ ਕਰਦਾ ਮਸਲੇ ਹੱਲ। ਇਹ ਤੋਂ ਇਲਾਵਾ ਹੋਰ ਵੀ ਕਈ ਗੀਤ ਜਿਹੜੇ ਆ ਉਹ ਇਸ ਵੇਲੇ ਸਾਰੀਆਂ ਰਾਜਸੀ ਪਾਰਟੀਆਂ ਦੇ ਵੱਖ-ਵੱਖ ਚੈਨਲਾਂ ਦਾ ਸ਼ਿੰਗਾਰ ਬਣੇ ਹੋਏ ਨੇ। ਪਤਾ ਨਹੀਂ ਪੰਜਾਬ ਦੇ ਲੋਕਾਂ ਨੇ ਕਿਹਨੂੰ ਅਪਣਾਉਣਾ ਹੈ ਜੀ। ਉਹ ਬਘੇਲਾ ਵੀ ਦੱਸਦੇ ਆ ਕੈਪਟਨ ਅਮਰਿੰਦਰ ਸਿੰਘ ਨੂੰ। ਸੋ ਉਹ ਕਹਿੰਦੇ ਵੀ ਜਿਹੜੀ ਕੈਪਟਨ ਅਮਰਿੰਦਰ ਸਿੰਘ ਨੇ ਜੇ ਸਮੇਂ ਸਿਰ ਸਹੀ ਕਾਰਗੁਜ਼ਾਰੀ ਨਿਭਾਈ ਹੁੰਦੀ ਤਾਂ ਨਾ ਪੰਜਾਬ ਤੇ ਨਾ ਕਾਂਗਰਸ ਅੱਜ ਕੋਈ ਗੱਲ ਕਰਦੀ। ਕਾਂਗਰਸ ਦੀ ਵੀ ਮਜ਼ਬੂਤੀ ਹੋਣੀ ਸੀ ਜੇ ਉਹ 4.5 ਸਾਲ ਆਪ ਦਾ ਰਾਜ ਧਰਮ ਨਿਭਾਇਆ ਹੁੰਦਾ, ਗੰਭੀਰਤਾ ਦੇ ਨਾਲ ਕੰਮ ਕੀਤੇ ਹੁੰਦੇ, ਅਫਸਰਸ਼ਾਹੀ ਤੇ ਨਿਰਭਰ ਨਾ ਹੁੰਦੇ ਹੋਏ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਲਈ ਕੰਮ ਕਰਦੇ ਤਾਂ ਜ਼ਿਆਦਾ ਵਧੀਆ ਹੋਣਾ ਸੀ। ਜੀ ਸਰਨਾ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜਾ ਕਿ ਸਿੱਖ ਵਿਰੋਧੀ ਪਾਰਟੀ ਕਰਾਰ ਦਿੱਤਾ ਗਿਆ ਹੈ। ਦੇਖੋ, ਸਰਨਾ ਸਾਹਿਬ ਪਰਮਜੀਤ ਸਿੰਘ ਸਰਨਾ ਸਾਬਕਾ ਪ੍ਰਧਾਨ ਨੇ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ। ਉਹਨਾਂ ਦੇ ਭਰਾ ਹਰਵਿੰਦਰ ਸਿੰਘ ਸਰਨਾ ਵੀ ਪ੍ਰਧਾਨ ਰਹੇ ਨੇ। ਇਸ ਤੋਂ ਇਲਾਵਾ ਮਨਜੀਤ ਸਿੰਘ ਜੀਕੇ ਉਹ ਵੀ ਪ੍ਰਧਾਨ ਰਹੇ ਨੇ। ਹੁਣ ਤਾਂ ਕਾਲਕਾ ਸਾਹਿਬ ਬਣ ਗਏ। ਪਹਿਲਾਂ ਮਨਜਿੰਦਰ ਸਿੰਘ ਸਿਰਸਾ ਸੀ, ਜਦੋਂ ਜੀਕੇ ਸਾਹਿਬ ਪ੍ਰਧਾਨ ਹੁੰਦੇ ਸੀ ਤਾਂ ਸਿਰਸਾ ਸਾਹਿਬ ਉਸ ਵੇਲੇ ਜਨਰਲ ਸਕੱਤਰ ਸੀ ਜੀ। ਸਰਨਾ ਸਾਹਿਬ ਤੇ ਹੋਰ ਪਾਰਟੀਆਂ ਨੇ ਅਕਾਲ ਤਖਤ ਦੇ ਜਥੇਦਾਰ ਨੂੰ ਵੀ ਕੁਝ ਸ਼ਿਕਾਇਤਾਂ ਦਿੱਤੀਆਂ ਨੇ, ਜਿਹੜੀਆਂ ਜਥੇਦਾਰ ਸਾਹਿਬ ਕਦੇ ਉਹਤੇ ਕੋਈ ਤਵੱਜੋ ਦਿੱਤੀ ਨਹੀਂ। ਉਹ ਕਹਿੰਦੇ ਨੇ ਕਿ ਸਿੱਖ ਵਿਰੋਧੀ ਨੇ, ਇਹਨਾਂ ਨੇ ਸਿੱਖੀ ਦਾ ਨੁਕਸਾਨ ਬਹੁਤ ਵੱਡਾ ਕਰਤਾ, ਇਹਨਾਂ ਨੇ ਸਿੱਖ ਫਲਸਫੇ ਨੂੰ ਨੁਕਸਾਨ ਪਹੁੰਚਾਇਆ ਜੀ। ਸਿੱਖਾਂ ਦੀ ਸਰਬੋਰ ਜਥੇਬੰਦੀ ਤੇ ਸਾਡਾ ਸਭ ਤੋਂ ਉੱਚਾ ਤਖਤ ਅਕਾਲ ਤਖਤ, ਉਸ ਨੂੰ ਵੀ ਢਾਹ ਲਾਈ ਹੈ। ਸਰਨਾ ਸਾਹਿਬ ਕਈ ਦਿਨਾਂ ਤੋਂ ਪੰਜਾਬ ਦੇ ਵਿੱਚ ਆਏ ਹੋਏ ਨੇ ਔਰ ਬੇਬਾਕੀ ਦੇ ਨਾਲ ਬਾਦਲ ਪਰਿਵਾਰ ਤੇ ਤੰਜ ਕੱਸ ਰਹੇ ਨੇ। 10-10 12-12 ਸਾਲ ਦਿੱਲੀ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੀ ਨਹੀਂ ਕਰਾਉਂਦੇ। ਹੁਣ 22 ਦੇ ਵਿੱਚ ਇਤਿਹਾਸ ਕੀ ਰਚਿਆ ਜਾਂਦਾ ਹੈ, ਉਸ ਤੋਂ ਬਾਅਦ ਕੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਰੀ ਇਹ ਚੋਣਾਂ ਕਰਾਉਣਗੇ। ਕੈਪਟਨ ਅਮਰਿੰਦਰ ਸਿੰਘ ਤੇ ਵੀ ਦੋਸ਼ ਲੱਗਦੇ ਆ ਕਿ ਉਹਨਾਂ ਨੇ ਬਾਦਲਾਂ ਨਾਲ ਮਿਲ ਕੇ ਇਹ ਚੋਣਾਂ ਨਹੀਂ ਹੋਣ ਦਿੱਤੀਆਂ ਤਾਂ ਜੋ ਬਾਦਲਾਂ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਕਬਜ਼ਾ ਹਟ ਨਾ ਸਕੇ। ਇਹ ਸਾਰੇ ਬਸ ਇਲਜ਼ਾਮ ਸਰਨਾ ਸਾਹਿਬ ਨੇ ਅੱਜ ਬਾਦਲ ਪਰਿਵਾਰ ਤੇ ਲਾਏ ਨੇ। ਜੀ ਢਿੱਲੋਂ ਜੀ, ਪ੍ਰੋਫੈਸਰ ਭੁੱਲਰ ਦੀ ਰਿਹਾਈ ਨੂੰ ਲੈ ਕੇ ਕੇਜਰੀਵਾਲ ਅਤੇ ਭਗਵੰਤ ਮਾਨ ਨੂੰ ਸਿੱਧੀ ਬਹਿਸ ਕਰਨ ਦੀ ਚੁਣੌਤੀ ਦਿੱਤੀ ਗਈ ਹੈ। ਇਹ ਸਾਡੇ ਸਿੱਖ ਪ੍ਰਚਾਰਕ ਨੇ ਹਰਜਿੰਦਰ ਸਿੰਘ ਮਾਝੀ। ਇਸ ਤੋਂ ਪਹਿਲਾਂ ਇਸੇ ਤਰ੍ਹਾਂ ਦੀ ਗੱਲਬਾਤ ਭਾਈ ਬਲਦੇਵ ਸਿੰਘ ਬੰਡਾਲਾ, ਜਿਹੜੇ ਬਹੁਤ ਸੀਨੀਅਰ ਰਾਗੀ ਰਹੇ ਨੇ, ਉਹਨਾਂ ਨੇ ਦਰਬਾਰੇ ਖਾਲਸਾ ਨਾਂ ਦੀ ਜਥੇਬੰਦੀ ਬਣਾਈ ਹੈ। ਉਹ ਕੱਲੀ ਇਹਦੀ ਮੰਗ ਨਹੀਂ ਕਰਦੇ, ਉਹ ਨਾਲ ਇਹ ਵੀ ਕਹਿੰਦੇ ਨੇ ਕਿ 328 ਸਰੂਪਾਂ ਵਾਲੇ ਮਾਮਲੇ ਦੇ ਵਿੱਚ ਜਥੇਦਾਰ ਆਪਦੇ ਬਿਆਨ ਤੋਂ ਆਪ ਹੀ ਭੱਜ ਗਿਆ, ਆਪ ਹੀ ਬਣਾਤੀ ਜਥੇਬੰਦੀ ਕਮੇਟੀ। ਭਾਈ ਈਸ਼ਰ ਸਿੰਘ ਪਹਿਲਾਂ ਇੱਕ ਬੀਬੀ ਜੱਜ ਲਾਈ, ਉਹ ਬੀਬੀ ਜੱਜ ਛੱਡ ਕੇ ਭੱਜ ਗਈ ਵਿੱਚ ਵਿਚਾਲਿਓ ਵੀ ਮੈਂ ਨਹੀਂ ਕਰ ਸਕਦੀ ਇਹਨੂੰ। ਉਹਦੇ ਨਾਲ ਜਿਹੜਾ ਸਹਾਇਕ ਬੰਦਾ ਲਾਇਆ ਸੀ ਈਸ਼ਰ ਸਿੰਘ ਨੇ ਕੀਤੀ ਕਰਾ ਕੇ ਆ ਕੇ ਇੱਕ ਸੁਪਰਵਾਈਜ਼ਰ ਨੂੰ 5 ਲੱਖ ਦਾ ਜੁਰਮਾਨਾ ਲਾਤਾ, ਬਾਕੀ ਘੱਟੇ ਕੌਡੀਆਂ ਚ ਰੋਲਤਾ ਜੀ। ਜਿਹੜੀ ਗੱਲ ਇਹ ਮਾਝੀ ਸਾਹਿਬ, ਇਸੇ ਤਰ੍ਹਾਂ ਸਿੱਖ ਪ੍ਰਚਾਰਕ ਨੇ ਹਰਜੀਤ ਸਿੰਘ ਢਵਾਲੀ, ਭਾਈ ਹਰਜੀਤ ਸਿੰਘ ਢਵਾਲੀ ਤੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੇ ਸਕੇ ਭਰਾ ਗੁਰਬਚਨ ਸਿੰਘ ਭੁੱਲਰ। ਹਰੀਨਾ ਇਹਨਾਂ ਦਾ ਦਵਿੰਦਰ ਸਿੰਘ ਭੁੱਲਰ ਦਾ ਸਬੰਧ ਜਿਹੜਾ ਹੈਗਾ ਉਹ ਬਠਿੰਡੇ ਜ਼ਿਲ੍ਹੇ ਦੇ ਨਾਲ ਹੈ ਜੀ।
ਉਹਨਾਂ ਦਾ ਪਿੰਡ ਹੈ ਦਿਆਲਪੁਰਾ ਭਾਈਕਾ। ਜੇ ਅਸੀਂ ਬਰਨਾਲੇ ਤੋਂ ਜੈਤੋ ਵੱਲ ਨੂੰ ਜਾਈਏ ਤਾਂ ਪਹਿਲਾਂ ਸੈਨਾ ਆਉਂਦਾ ਹੈ, ਪਹਿਲਾਂ ਪੱਖੋ ਕੈਂਚੀਆਂ ਆਉਂਦੀਆਂ, ਫਿਰ ਸੈਨਾ ਆਉਂਦਾ, ਫਿਰ ਭਦੌੜ ਆਉਂਦਾ ਹੈ, ਫਿਰ ਸਲਾਬਤਪੁਰਾ ਡੇਰਾ ਆਉਂਦਾ। ਉਸ ਤੋਂ ਬਾਅਦ ਪਹਿਲੇ ਹੀ ਪਿੰਡ ਹੈ ਦਿਆਲਪੁਰਾ ਭਾਈਕਾ, ਅਗਲਾ ਪਿੰਡ ਹੈ ਕੁਲਦੀਪ ਮਾਨਕ ਦਾ ਜਲਾਲ ਜੀ, ਫਿਰ ਭਗਤਾ ਆਉਂਦਾ ਹੈ, ਫਿਰ ਬਾਜਾਖਾਨਾ, ਫਿਰ ਜੈਤੋ। ਸੋ ਢਵਾਲੀ ਸਾਹਿਬ ਨੇ, ਭੁੱਲਰ ਸਾਹਿਬ ਨੇ ਅਰਵਿੰਦ ਕੇਜਰੀਵਾਲ ਤੇ ਭਗਵੰਤ ਸਿੰਘ ਮਾਨ ਨੂੰ ਚੁਣੌਤੀ ਦਿੱਤੀ ਹੈ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਵਾਲੇ ਮਾਮਲੇ ਦੇ ਵਿੱਚ ਕੇਜਰੀਵਾਲ ਸਾਹਿਬ ਪੰਜਾਬ ਨੂੰ ਬਦਨਾਮ ਨਾ ਕਰਨ ਜੀ। ਉਹ ਇੱਕ ਮੰਚ ਰੱਖ ਲੈਣ ਖੁੱਲਾ, ਇੱਧਰੋਂ ਅਸੀਂ ਆਵਾਂਗੇ, ਉੱਥੇ ਕੇਜਰੀਵਾਲ ਤੇ ਭਗਵੰਤ ਮਾਨ ਦੋਨੇ ਇਕੱਠੇ ਹੀ ਬਹਿ ਜਾਣ ਤੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੇ ਮਾਮਲੇ 'ਚ ਰਿਹਾਈ ਲਈ ਦੇਰੀ ਕਿਉਂ ਹੋ ਰਹੀ ਹੈ, ਇਹ ਤੇ ਬਹਿਸ ਕਰਾਂਗੇ। ਦਿਨ ਤਾਂ ਕੱਲ੍ਹ ਦਾ ਰਹਿ ਗਿਆ, ਕੱਲ੍ਹ ਨੂੰ ਚੋਣ ਪ੍ਰਚਾਰ ਬੰਦ ਹੋ ਜਾਣਾ ਹੈ, ਪਰਸੋਂ ਸੁੱਕਾ ਪ੍ਰਚਾਰ ਹੈ, ਘਰ ਘਰ ਜਾ ਕੇ ਕਰ ਸਕਦੇ ਹੋ। ਚੋਣਾਂ ਤੋਂ ਪਹਿਲਾਂ ਕੇਜਰੀਵਾਲ ਸਾਹਿਬ ਕੱਲ੍ਹ ਨੂੰ ਚੋਣ ਪ੍ਰਚਾਰ ਬੰਦ ਹੋਣ ਤੋਂ ਬਾਅਦ ਵਿਹਲੇ ਨੇ, ਕੱਲ੍ਹ ਨੂੰ ਸ਼ਾਮ ਨੂੰ ਇੱਕ ਪ੍ਰੋਗਰਾਮ ਰੱਖ ਲੈਣ ਜਿੱਥੇ ਮਾਝੀ ਸਾਹਿਬ, ਢਵਾਲੀ ਸਾਹਿਬ ਤੇ ਗੁਰਬਚਨ ਸਿੰਘ ਭੁੱਲਰ ਉਹਨਾਂ ਨਾਲ ਕਿਸੇ ਚੈਨਲ ਤੇ ਬਹਿ ਕੇ ਬਹਿਸ ਕਰ ਲੈਣ। ਕਿਉਂਕਿ ਕੇਜਰੀਵਾਲ ਸਾਹਿਬ ਕੁਛ ਕਹਿੰਦੇ ਆ, ਇਹ ਸਿੱਖ ਜਥੇਬੰਦੀਆਂ ਕੁਛ ਗੱਲ ਕਰਦੀਆਂ ਨੇ। ਉਹਨਾਂ ਦੀ ਇਹ ਚੁਣੌਤੀ ਨਰਿੰਦਰ ਮੋਦੀ ਨੂੰ ਵੀ ਹੈ, ਜਿਹੜੇ ਪ੍ਰਧਾਨ ਮੰਤਰੀ ਨੇ, ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵੀ ਹੈ। ਢੀਂਡਸਾ ਸਾਹਿਬ ਨੇ ਵੀ ਇਹ ਮਾਮਲਾ ਚੱਕਿਆ ਪਰ ਇਹ ਕਿਸੇ ਸਿਰੇ ਨਹੀਂ ਲੱਗਿਆ। ਲੋਕਾਂ ਨੂੰ ਇੱਕ ਆਸ ਜ਼ਰੂਰ ਜੁੜੀ ਹੈ ਕਿ 18 ਤਰੀਕ ਸ਼ਾਮ ਨੂੰ ਪ੍ਰਧਾਨ ਮੰਤਰੀ ਕੋਈ ਨਾ ਕੋਈ ਪੰਜਾਬ ਦੇ ਹੱਕ 'ਚ ਗੱਲ ਕਰਨਗੇ। ਜੀ ਢਿੱਲੋਂ ਜੀ, ਪ੍ਰਕਾਸ਼ ਸਿੰਘ ਬਾਦਲ ਦਾ ਜਿਹੜਾ ਬਿਆਨ ਸਾਹਮਣੇ ਆ, ਉਹਨਾਂ ਨੇ ਕਹਿਣਾ ਹੈ ਕਿ ਸਿਧਾਂਤਾਂ ਦੇ ਕਰਕੇ ਜਿਹੜਾ ਕਿ ਭਾਜਪਾ ਨੂੰ ਛੱਡਿਆ ਗਿਆ ਸੀ। ਸਿਧਾਂਤ ਤੇ ਬਾਦਲ ਸਾਹਿਬ, ਮੈਨੂੰ ਲੱਗਦਾ ਇਹਨਾਂ ਦਾ ਸਿਧਾਂਤ ਕਰਕੇ ਪਹਿਲਾਂ ਵੀ ਬਾਦਲ ਸਾਹਿਬ ਨੇ ਬਹੁਤ ਕੰਮ ਕੀਤੇ ਆ ਜਿਹੜੇ ਸਿਧਾਂਤਾਂ ਦੇ ਆਧਾਰਿਤ ਸੀਗੇ। 1996 ਦੇ ਵਿੱਚ ਉਹਨਾਂ ਨੇ ਬਹੁਜਨ ਸਮਾਜ ਪਾਰਟੀ ਨਾਲ ਰਲ ਕੇ 11 ਸੀਟਾਂ ਜਿੱਤੀਆਂ ਲੋਕ ਸਭਾ ਦੀਆਂ 13 ਚੋਂ ਜੀ, ਤੇ ਸਿਧਾਂਤਾਂ ਕਰਕੇ ਉਹਨਾਂ ਦੇ ਛੱਡ ਕੇ ਤੇ ਸਿਧਾਂਤ ਕਰਕੇ ਬਿਨਾਂ ਦੱਸੇ ਨੰਗੇ ਪੈਰੀ ਜਾ ਕੇ ਵਾਜਪਾਈ ਸਾਹਿਬ ਨਾਲ ਸਾਂਝ ਪਾਲੀ ਸੀ। ਉਦੋਂ ਕਿਹੜੇ ਸਿਧਾਂਤਾਂ ਨੂੰ ਪੁੱਛਿਆ ਸੀ ਜਿਹੜਾ ਵਾਜਪਾਈ ਸਾਹਿਬ ਨੇ ਉਹਨਾਂ ਨੂੰ ਸੱਦਾ ਦਿੱਤਾ ਸੀ ਕਿ ਆ ਜਾਓ, ਆ ਕੇ ਤੁਸੀਂ ਪਾਓ ਜੱਫੀ ਸਾਨੂੰ ਜੀ। ਅੱਜ ਬਾਦਲ ਸਾਹਿਬ ਜਦੋਂ ਸਿਧਾਂਤਾਂ ਦੀ ਗੱਲ ਕਰਦੇ ਆ ਨਾ, ਉਹਨਾਂ ਦੇ ਨਾਲ ਦੇ ਸਾਥੀ ਢੀਂਡਸਾ ਸਾਹਿਬ ਤੇ ਹੋਰ ਅਕਾਲੀ ਆਗੂ ਜਥੇਦਾਰ ਜਗਦੇਵ ਸਿੰਘ ਤਲਵੰਡੀ ਦਾ ਪਰਿਵਾਰ, ਇਹ ਸਾਰੇ ਤੇ ਹੋਰ ਪੁੱਛਦੇ ਆ ਕਿ ਬਾਦਲ ਸਾਹਿਬ ਤੁਹਾਡਾ ਸਿਧਾਂਤਾਂ ਤੇ ਪਹਿਰਾ ਕਦੋਂ ਤੋਂ ਦੇਣਾ ਸ਼ੁਰੂ ਕਰਤਾ ਤੁਸੀਂ? ਕਹਿੰਦੇ ਮੈਨੂੰ ਪਾਰਟੀ ਦਾ ਹੁਕਮ ਸੀ, ਮੈਂ ਚੋਣ ਲੜੀ ਹੈ। ਪਾਰਟੀ ਕੌਣ? ਮੁੰਡਾ ਪ੍ਰਧਾਨ, ਤੁਸੀਂ ਸਰਪ੍ਰਸਤ, ਨੂੰ ਮੁੰਡੇ ਦਾ ਸਾਲਾ, ਮੁੰਡੇ ਦਾ ਜੀਜਾ। ਅਕਾਲੀ ਦਲ ਤਾਂ ਇਹੋ ਹੀ ਹੈ। ਤੇ ਪਰ ਤੁਸੀਂ ਕਿਹੜੇ ਸਿਧਾਂਤ ਦੀ ਗੱਲ ਕਰਦੇ ਹੋ? ਇਹ ਲੋਕ ਅੱਜ ਤੁਹਾਡੇ ਤੋਂ ਸਵਾਲ ਕਰਦੇ ਨੇ। ਬਾਦਲ ਸਾਹਿਬ, ਤੁਹਾਡੀ ਉਮਰ ਬਹੁਤ ਵੱਡੀ ਆ, ਅਸੀਂ ਬਹੁਤ ਸਤਿਕਾਰ ਕਰਦੇ ਹਾਂ ਬਜ਼ੁਰਗੋਂ। ਜੇ ਸਿਧਾਂਤ ਤੇ ਤੁਸੀਂ ਛੱਡਿਆ ਹੁੰਦਾ ਤਾਂ ਜਦੋਂ 5 ਜੂਨ ਨੂੰ ਆਰਡੀਨੈਂਸ ਪਾਸ ਕੀਤਾ ਸੀ ਨਰਿੰਦਰ ਮੋਦੀ ਦੀ ਸਰਕਾਰ ਨੇ, ਤੁਹਾਡੀ ਨੂੰਹ ਰਾਣੀ ਵਿੱਚ ਬੈਠੀ ਸੀ ਉਸ ਮੰਤਰੀ ਮੰਡਲ ਦੇ, ਔਰ 12 ਸਤੰਬਰ ਤੱਕ ਤੁਸੀਂ ਅੱਡੀਆਂ ਚੱਕ ਕੇ ਤੁਹਾਤੋਂ ਵੀ ਕਹਾਇਆ ਗਿਆ ਕਿ ਇਹ ਕਾਨੂੰਨ ਤਾਂ ਮੋਦੀ ਨੇ ਕਾਇਆ ਕਲਪ ਕਰਨ ਵਾਲੇ ਬਣਾਤੇ। ਤੇ ਅੱਜ ਤੁਸੀਂ ਕਹਿੰਦੇ ਹੋ, ਜਦੋਂ ਦੇਖਿਆ ਕਿ ਲੋਕਾਂ ਦੇ ਵਿੱਚ ਬਹੁਤ ਵੱਡਾ ਵਿਰੋਧ ਹੋ ਗਿਆ। ਇੱਕ ਵੱਖਰੀ ਗੱਲ ਹੈ, ਇਸ ਵਿਰੋਧ ਦੇ ਬਾਵਜੂਦ ਤੁਹਾਡੇ ਪੁੱਤਰ ਨੇ ਤੁਹਾਡੀ ਪਾਰਟੀ ਨੂੰ ਦੁਬਾਰਾ ਖੜਾ ਕਰਨ ਦਾ ਯਤਨ ਕੀਤਾ, ਪਰ ਜੇ ਸਿਧਾਂਤ ਤੁਹਾਨੂੰ 5 ਜੂਨ ਨੂੰ 2020 ਨੂੰ ਯਾਦ ਆ ਜਾਂਦੇ ਤਾਂ ਅੱਜ ਆ ਸਥਿਤੀ ਦੇ ਵਿੱਚ ਤੁਹਾਨੂੰ ਜਾਣਾ ਨਾ ਪੈਂਦਾ। ਸੋ ਬਹੁਤ ਹੋ ਗਿਆ, ਤੁਸੀਂ ਉਮਰ ਦੇ ਬੋਨਸ ਪੜਾਅ ਚੋਂ ਤੇ ਅੱਜ ਵੀ ਕਿਰਪਾ ਕਰਕੇ ਲੋਕ ਕੀ ਚਾਹੁੰਦੇ ਨੇ ਇਹਦੇ ਬਾਰੇ ਜਰਾ ਸੋਚ ਲਿਆ ਕਰੋ ਜੀ। ਇਹ ਬਿਆਨ ਬਾਦਲ ਸਾਹਿਬ ਨੇ ਜਿਹੜਾ ਦਿੱਤਾ
ਕਿ ਮੈਨੂੰ ਤਾਂ ਪਾਰਟੀ ਦਾ ਹੁਕਮ ਹੋਇਆ। ਸਾਰਿਆਂ ਨੂੰ ਪਤਾ ਪਾਰਟੀ ਕਿੱਡੀ ਕੁ ਵੱਡੀ ਹੈ। ਉਹ ਅਕਾਲੀ ਦਲ ਜਿਹਦਾ ਬਹੁਤ ਵੱਡਾ ਇਤਿਹਾਸ ਸੀ, ਉਹਨੂੰ ਤੁਸੀਂ ਇੱਕ ਪ੍ਰਾਈਵੇਟ ਲਿਮਟਿਡ ਫਾਰਮ ਤੱਕ ਸੀਮਿਤ ਕਰਕੇ ਰੱਖਤਾ। ਜੀ ਢਿੱਲੋਂ ਜੀ, ਪੰਜਾਬ ਤੇ ਯੂਪੀ ਦੇ ਵਿੱਚ 2 ਦਰਜਨ ਜਿਹੜੇ ਆਗੂਆਂ ਨੂੰ VIP ਸੁਰੱਖਿਆ ਮਿਲੀ ਹੈ। ਦੇਖੋ ਗੱਲ ਇਹ ਹੈ, ਜਦੋਂ ਕਹਿੰਦਾ ਵੀ ਤੇਰੇ ਘਰ ਮੈਂ ਸੁਣਿਆ ਤੇਰੇ ਹੋ ਗਏ ਨਹੀਂ ਅੜੀਏ ਉੱਚੇ ਘਰ ਵਿੱਚ ਮੰਗਣੇ ਨਹੀਂ, ਜਦੋਂ ਵੱਡਿਆਂ ਦੇ ਨਾਲ ਯਾਰੀ ਲੱਗ ਜਾਵੇ ਤੇ ਫਿਰ ਇਹ ਤਾਂ ਨਿੱਕੀਆਂ ਮੋਟੀਆਂ ਗੱਲਾਂ ਹੁੰਦੀਆਂ ਨੇ। ਅੱਜ ਜਿਹੜੇ ਆਗੂ ਭਾਰਤੀ ਜਨਤਾ ਪਾਰਟੀ ਦੇ ਨਾਲ ਜੁੜਿਆ, ਕੈਪਟਨ ਅਮਰਿੰਦਰ ਸਿੰਘ ਕੋਲ ਤਾਂ ਪਹਿਲਾਂ ਹੀ Z+ ਹੈ। ਕੁਝ ਜਿਹੜੇ ਬੰਦੇ ਕਾਂਗਰਸ ਨੂੰ ਛੱਡ ਕੇ ਇਹਨਾਂ 'ਚ ਗਏ ਨੇ, ਇੱਕ ਫਿਰੋਜ਼ਪੁਰ ਵੱਲ ਤੋਂ ਹੈ ਜੀ, ਪਰਮਿੰਦਰ ਸਿੰਘ ਢੀਂਡਸਾ, ਸੁਖਦੇਵ ਸਿੰਘ ਢੀਂਡਸਾ ਦਾ ਸੁਪੁੱਤਰ ਸਮੇਤ ਯੂਪੀ ਤੇ ਪੰਜਾਬ ਵਾਲਿਆਂ ਨੂੰ ਇਹਨਾਂ ਨੇ ਜੱਡ ਸ਼੍ਰੇਣੀ ਦੀ ਸੁਰੱਖਿਆ ਦਿੱਤੀ। ਮੈਨੂੰ ਨਹੀਂ ਪਤਾ ਕਿ ਪਰਮਿੰਦਰ ਸਿੰਘ ਢੀਂਡਸੇ ਨੇ ਕਿਵੇਂ ਕਬੂਲ ਕਰ ਲਈ। ਪਰਮਿੰਦਰ ਸਿੰਘ ਢੀਂਡਸਾ ਤਾਂ ਇੰਨਾ ਕੁ ਸੋਬਰ ਆਦਮੀ ਹੈ, ਉਹ ਆਪਣੇ ਪਿਤਾ ਤੋਂ ਵੀ ਵੱਧ ਸੋਬਰ ਹੈ। ਉਹ ਤਾਂ ਇੱਕ ਅੱਧਾ ਗਨਮੈਨ ਲੈ ਕੇ ਤੁਰਿਆ ਫਿਰਦਾ, ਤੇ ਮੈਨੂੰ ਨਹੀਂ ਪਤਾ ਵੀ ਉਹ ਇੰਨੇ ਜੱਡ ਪੱਧਰ ਦੀ ਸਿਕਿਉਰਿਟੀ ਲੈ ਕੇ ਲੋਕਾਂ 'ਚ ਆਮ ਤੌਰ 'ਤੇ ਵਿਚਰ ਸਕਣਗੇ ਕਿ ਨਹੀਂ। ਕਿਤੇ ਇਹ ਨਾ ਹੋਵੇ ਇਹਨਾਂ ਚੋਣਾਂ ਦੇ ਵਿੱਚ ਉਹਨਾਂ ਦੀ ਇਹ ਜੱਡ ਸੁਰੱਖਿਆ ਉਹਨਾਂ ਦੀ ਜੋੜਾਂ 'ਚ ਬਹਿ ਜੇ। ਜੀ ਬਿਲਕੁਲ ਜੀ। ਸੋ ਢਿੱਲੋਂ ਜੀ, ਤੁਸੀਂ ਬਹੁਤ ਵਧੀਆ ਗੱਲਾਂ ਦਰਸ਼ਕਾਂ ਦੇ ਨਾਲ ਸਾਂਝਾ ਕੀਤੇ ਨੇ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ, ਮਿਹਰਬਾਨੀ। ਇਹ ਸਨ ਜਸਪਾਲ ਸਿੰਘ ਢਿੱਲੋਂ ਜੀ, ਜਿਨ੍ਹਾਂ ਨੇ ਇਸ ਪੂਰੇ ਮੁੱਦੇ ਤੇ ਆਪਣੇ ਵਿਚਾਰ ਦਰਸ਼ਕਾਂ ਦੇ ਨਾਲ ਸਾਂਝੇ ਕੀਤੇ ਨੇ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਧੰਨਵਾਦ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ। ਕੀ ਹੁੰਦੀ ਹੈ ਜਮ੍ਹਾਂਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ naibtehsildar.com ਕਾਨੂੰਨ ਜਾਇਦਾਦ ਦਾ।